ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਬੱਚਿਓ, ਅੱਜ ਅਸੀਂ ਲੈਸਨ ਨੰਬਰ 5 ਫਰਾਂਸ ਦੀ ਕ੍ਰਾਂਤੀ ਦੇ ਅਧੀਨ ਮੱਧ ਵਰਗ ਦੇ ਵਿਕਾਸ ਭਾਵ ਬੌਧਿਕ ਅੰਦੋਲਨ ਬਾਰੇ ਪੜ੍ਹਾਂਗੇ। ਇਸ ਚੈਪਟਰ ਵਿੱਚ ਬੇਟਾ ਤੁਸੀਂ ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਦੀ ਸਮਾਜਿਕ, ਆਰਥਿਕ, ਰਾਜਨੀਤਿਕ ਕੰਡੀਸ਼ਨ ਜੋ ਸੀ ਉਹਦੇ ਬਾਰੇ ਪੜ੍ਹਿਆ। ਨੈਕਸਟ ਬੇਟਾ ਆਉਂਦਾ ਹੈ ਮੱਧ ਵਰਗ ਦਾ ਵਿਕਾਸ, ਕਿ ਉਸ ਸਮੇਂ ਇੱਕ ਵਿਸ਼ਵਾਸ ਪੈਦਾ ਹੋਇਆ ਲੋਕਾਂ ਦੇ ਵਿੱਚ ਕਿ ਗਿਆਨ ਮਤਲਬ ਐਜੂਕੇਸ਼ਨ ਜਿਹੜੀ ਆ ਫਰਾਂਸ ਦੀ ਵਿਗੜਦੀ ਹਾਲਤ ਨੂੰ ਹੱਲ ਕਰਨ ਦਾ ਇੱਕ ਮੈਥਡ ਹੈਗਾ ਹੈ। ਇਸ ਕਰਕੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਦੇ ਲਈ ਉਹਨਾਂ ਨੇ ਪੈਂਫਲੇਟ, ਇਸ਼ਤਿਹਾਰ ਪੱਤਰ ਜਿਹੜੇ ਉਹ ਜਾਰੀ ਕੀਤੇ, ਜੋ ਕਿ ਹੌਲੀ ਹੌਲੀ ਵਿਸ਼ਵ ਕੋਸ਼ ਜਿਹੜੀ ਆ ਇਨਸਾਈਕਲੋਪੀਡੀਆ ਜਿਹੜਾ ਜਾਂ ਬੁੱਕਸ ਦੇ ਰੂਪ ਵਿੱਚ ਮੁੜ ਕੇ ਉਹਨਾਂ ਨੇ ਇਹਨੂੰ ਕਨਵਰਟ ਕੀਤਾ ਹੈ। ਅਤੇ ਜਿਹੜੇ ਪੜ੍ਹੇ ਲਿਖੇ ਲੋਕ ਸੀ ਨਾ, ਉਹ ਵੀ ਬੇਟਾ ਅਮਰੀਕਨ ਕ੍ਰਾਂਤੀ ਅਤੇ ਪ੍ਰਬੋਧਨ ਅੰਦੋਲਨ ਜਿਹੜਾ ਉਹਦੇ ਬਾਰੇ ਜਾਣਕਾਰੀ ਪੜ੍ਹੇ ਲਿਖੇ ਲੋਕਾਂ ਨੂੰ। ਉਹਨਾਂ ਦੀ ਕੁਛ ਨੇਤਾ ਦੇ ਨਾਲ ਜਿਹੜੇ ਜੁੜੇ ਹੋਏ ਸੀ ਫਰਾਂਸੀਸੀ ਬੁੱਧੀਜੀਵਾਂ ਨਾਲ, ਉਹ ਪੈਰਿਸ ਵਿੱਚ ਰਹਿੰਦੇ ਸੀ। ਉਹਨਾਂ ਬਾਰੇ ਅੱਗੇ ਨੈਕਸਟ ਪੜ੍ਹਦੇ ਹਾਂ। ਕਿ ਮੰਨਿਆ ਜਾਂਦਾ ਬੇਟਾ ਕਿ ਜਿਹੜੀ 18ਵੀਂ ਸਦੀ ਸੀ ਨਾ, ਉਹਨੂੰ ਚੇਤਨਾ ਦਾ ਦੌਰ ਮੰਨਿਆ ਜਾਂਦਾ ਹੈ। ਚੇਤਨਾ ਕਿ ਲੋਕਾਂ ਵਿੱਚ ਜਾਗਰਤੀ ਹੋਣੀ ਸ਼ੁਰੂ ਹੋਈ। ਫਰਾਂਸੀਸੀ ਵਿਦਵਾਨ ਕੀ ਕਹਿੰਦੇ ਸੀ ਕਿ ਮਨੁੱਖ ਜਿਹੜਾ ਵਾ ਉਹ ਦੁੱਖ ਸਹਿਣ ਨੂੰ ਪੈਦਾ ਨਹੀਂ ਹੋਇਆ, ਸਗੋਂ ਉਹ ਖੁਸ਼ ਰਹਿਣ ਦੇ ਲਈ ਪੈਦਾ ਹੋਇਆ ਹੈ। ਖੁਸ਼ ਕਿੱਦਾਂ ਹੋ ਸਕਦਾ ਜਦੋਂ ਭੇਦਭਾਵ ਜਿਹੜਾ ਉਹ ਖਤਮ ਹੋਊਗਾ। ਅਤੇ ਇਹਦੇ ਲਈ ਉਹਨਾਂ ਨੇ ਕੀ ਕੀਤਾ, ਰੱਬ ਦੀ ਹੋਂਦ ਨੂੰ ਨਕਾਰਤਾ ਕਿ ਰੱਬ ਨਹੀਂ ਹੈਗਾ। ਅਤੇ ਇਸ ਤੋਂ ਇਲਾਵਾ ਨੇ ਕੁਦਰਤ ਦੇ ਸਿਧਾਂਤ ਨੂੰ ਮੰਨਿਆ ਹੈ। ਠੀਕ ਹੈ, ਨੇਚਰ ਦਾ ਨਿਯਮ ਜਿਹੜਾ ਉਹਨੂੰ ਮੰਨਿਆ ਸੀ, ਅਤੇ ਇਹਦੇ ਕਾਨੂੰਨ ਵਿੱਚ ਉਹਨਾਂ ਵਿਸ਼ਵਾਸ ਰੱਖਿਆ ਕਿ ਕੁਦਰਤ ਵੱਲੋਂ ਕੀ ਕਾਨੂੰਨ ਆ ਜਾਂ ਕਿਸ ਤਰ੍ਹਾਂ। ਇਹ ਜਿਹੜੇ ਆਪਾਂ ਹੁਣੇ ਵਿਦਵਾਨਾਂ ਦੀ ਗੱਲ ਕੀਤੀ, ਉਹਦੇ ਵਿੱਚ ਬੇਟਾ 3 ਵਰਡ ਪੜ੍ਹਾਂਗੇ। ਇੱਕ ਆਉਂਦਾ ਹੈ ਵਾਲਟੇਅਰ, ਦੂਜਾ ਹੈ ਰੂਸੋ, ਅਤੇ ਤੀਸਰਾ ਆਉਂਦਾ ਹੈ ਮੌਂਟੈਸਕਿਊ। ਠੀਕ ਹੈ, ਜਿਹੜਾ ਸੀ ਵਾਲਟੇਅਰ ਨੇ ਆਪਣੀ ਬੁੱਕਸ ਦੇ ਵਿੱਚ ਨਾ ਅਮੀਰ ਲੋਕ, ਕੁਲੀਨ ਲੋਕਾਂ ਦੀ ਪਕੜ ਨੂੰ ਸਾਹਮਣੇ ਲਿਆਂਦਾ ਹੈ ਕਿ ਉਹ ਕਿਵੇਂ ਰਾਜ ਕਰਦੇ ਆ ਜਾਂ ਕਿਵੇਂ ਲੋਕਾਂ ਨੂੰ ਲੁੱਟਦੇ ਪਏ ਸੀ। ਉਹਨਾਂ ਦਾ ਵਿਸ਼ਵਾਸ ਕੀ ਕਿ ਸਾਰੇ, ਉਹ ਕੀ ਕਹਿੰਦੇ ਵਾਲਟੇਅਰ, ਕਿ ਸਾਰੇ ਧਰਮ ਫਜ਼ੂਲ ਹੈਗੇ ਆ, ਕੋਈ ਵੀ ਲੌਜਿਕ ਦੇ ਖਿਲਾਫ, ਸਾਰੇ ਲੌਜਿਕ ਦੇ ਖਿਲਾਫ ਹੈਗੇ ਅਤੇ ਇਹਦੇ ਕਹਿਣ ਨਾਲ ਕੀ ਹੋਇਆ, ਜਿਹੜੀ ਕ੍ਰਾਂਤੀ ਸੀ, ਰੈਵੋਲਿਊਸ਼ਨ ਸੀ, ਉਹ ਹੋਰ ਤੇਜ਼ ਹੋ ਗਿਆ। ਲਾਕ ਵੀ ਇੱਕ ਵਿਦਵਾਨ ਹੋਇਆ ਹੈ, ਉਹਨਾਂ ਨੇ ਵੀ, ਇਹਨਾਂ ਦੇ ਵਿਦਵਾਨਾਂ ਨੇ ਇੱਕ ਅਜਿਹੇ ਸਮਾਜ 'ਤੇ ਜ਼ੋਰ ਦਿੱਤਾ ਸੀ ਜਿਹਦੇ ਵਿੱਚ ਉਹ ਕਹਿੰਦੇ ਸੀ ਕਿ ਮੋਰਲ ਵੈਲਿਊਜ਼ ਜਿਹੜੀਆਂ ਹੋਣੀਆਂ ਚਾਹੀਦੀਆਂ, ਇਕੁਅਲ ਜਿਹੜੀਆਂ ਸਮਾਜ ਦੇ ਵਿੱਚ ਜਿਹੜੀਆਂ ਵਾ ਇਕੁਅਲ ਵੈਲਿਊਜ਼ ਜਿਹੜੀਆਂ ਹੋਣੀਆਂ ਚਾਹੀਦੀਆਂ, ਕੀਮਤਾਂ 'ਤੇ ਆਧਾਰਿਤ ਸੀ। ਨੈਕਸਟ ਆਉਂਦਾ ਹੈ ਰੂਸੋ ਵੀ ਜਿਹੜਾ ਸੀ, ਉਹਨੇ ਵੀ ਬੇਟਾ ਤਾਨਾਸ਼ਾਹ ਡਿਕਟੇਟਰਸ਼ਿਪ ਦੇ ਖਿਲਾਫ ਆਵਾਜ਼ ਉਠਾਈ ਸੀ। ਉਹ ਲੋਕਤੰਤਰ ਸਰਕਾਰ ਦੇ ਹੱਕ ਵਿੱਚ ਹੀ ਉਹਨੇ ਕਿਹਾ ਸੀ ਕਿ ਮਨੁੱਖ ਸੁਤੰਤਰ ਪੈਦਾ ਹੋਇਆ ਹੈ ਅਤੇ ਜੰਜੀਰਾਂ ਵਿੱਚ ਉਹਨੂੰ ਜਕੜਿਆ ਹੋਇਆ ਹੈ। ਉਹਨੇ ਵੀ ਬੇਟਾ ਆਪਣੀ ਬੁੱਕ ਹੈਗੀ ਸੀ ਉਹਦੀ ਸੋਸ਼ਲ ਕੰਟਰੈਕਟ, ਉਹਦੇ ਵਿੱਚ ਉਹਨੇ ਕਿਹਾ ਹੈ ਕਿ ਮਨੁੱਖ ਜਿਹੜਾ ਵਾ ਮਨੁੱਖ ਨੂੰ ਸਮਾਜਿਕ ਆਜ਼ਾਦੀ ਅਤੇ ਸਮਾਨ ਅਧਿਕਾਰਾਂ ਦੀ ਪ੍ਰਾਪਤੀ ਤੋਂ ਬਾਅਦ ਹੀ ਉਹ ਵਧੀਆ ਜੀਵਨ ਮਨੁੱਖ ਜਿਹੜਾ ਉਹ ਬਿਤਾ ਸਕਦਾ ਹੈ। ਇਸ ਕਰਕੇ ਉਹਨੇ ਲੋਕਤੰਤਰ ਨੂੰ ਸਭ ਤੋਂ ਵਧੀਆ ਸਰਕਾਰ ਜਿਹੜਾ ਸੀ ਉਹ ਮੰਨਿਆ ਸੀ ਉਹਨੂੰ। ਨੈਕਸਟ ਆਉਂਦੀ ਹੈ ਮੌਂਟੈਸਕਿਊ ਆਉਂਦਾ ਹੈ। ਮੌਂਟੈਸਕਿਊ ਵੀ ਇੱਕ ਮਹਾਨ ਵਿਦਵਾਨ ਹੋਇਆ ਹੈ, ਫਿਲੋਸਫਰ ਹੋਇਆ ਹੈ, ਜਿਹਨੇ ਰਾਜੇ ਦੇ ਦੈਵੀ ਅਧਿਕਾਰਾਂ ਨੂੰ ਚੁਣੌਤੀ ਦਿੱਤੀ। ਦੈਵੀ ਅਧਿਕਾਰ ਜਿੱਦਾਂ ਆਪਾਂ ਪਿੱਛੇ ਪੜ੍ਹਦੇ ਆਏ ਕਿ ਰੱਬ ਦਾ ਦੂਤ ਮੰਨਦੇ ਹੁੰਦੇ ਸੀ ਰਾਜੇ, ਅਤੇ ਦੈਵੀ ਅਧਿਕਾਰ ਜੋ ਉਹਨਾਂ ਨੂੰ ਅਧਿਕਾਰ ਮਿਲਦੇ ਹੁੰਦੇ, ਪ੍ਰਾਪਤ ਕੀਤੇ ਹੁੰਦੇ ਵੀ ਆਹ ਸਾਡੇ ਅਧਿਕਾਰ ਹੈ, ਉਹਨਾਂ ਨੂੰ ਚੁਣੌਤੀ ਦਿੱਤੀ ਅਤੇ ਸੰਵਿਧਾਨਕ ਰਾਜਤੰਤਰ ਦੀ ਰੂਪਰੇਖਾ ਤਿਆਰ ਕੀਤੀ ਇਹਨੇ। ਇਸ ਤੋਂ ਇਲਾਵਾ ਬੇਟਾ ਜਿਹੜੀਆਂ ਸਰਕਾਰ ਦੀਆਂ ਸ਼ਕਤੀਆਂ ਉਹਨੇ ਕਿਹਾ ਕਿ ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਦੇ ਵਿੱਚ ਵੰਡ ਹੋਣੀ ਚਾਹੀਦੀ ਹੈ। ਅਤੇ ਮੌਂਟੈਸਕਿਊ ਨੇ ਵੀ ਲੋਕਤੰਤਰ ਸਰਕਾਰ ਦਾ ਸਮਰਥਨ ਕੀਤਾ ਸੀ ਕਿ ਇਹੀ ਸਭ ਤੋਂ ਬੈਸਟ ਹੈਗੀ ਹੈ, ਜਿਹੜੀ ਕਿ ਅਮਰੀਕਾ ਨੇ ਇਹਨਾਂ ਨੂੰ ਲਾਗੂ ਕੀਤਾ ਹੈ। ਨੈਕਸਟ ਆਪਾਂ ਬੇਟਾ ਬੌਧਿਕ ਅੰਦੋਲਨ ਦੀ ਗੱਲ ਕਰਦੇ ਪਏ ਸੀ ਕਿ ਫਰਾਂਸੀਸੀਆਂ ਨੇ ਸਭ ਤੋਂ ਪਹਿਲਾਂ ਆਜ਼ਾਦੀ ਦੇ ਸਮਾਨਤਾ ਦੇ ਵਿਚਾਰ ਨੂੰ ਪ੍ਰਾਪਤ ਕੀਤਾ ਅਤੇ ਫਿਰ ਇਹਨਾਂ ਦੇ ਲਈ ਉਹਨਾਂ ਨੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਅਤੇ ਜਿਹੜੇ ਫਰਾਂਸ ਦੇ ਵਿਦਵਾਨ ਹੋਏ ਆ, ਜਿਵੇਂ ਵਾਲਟੇਅਰ ਆ, ਰੂਸੋ ਆ, ਮੌਂਟੈਸਕਿਊ ਆ, ਇਹਨਾਂ ਨੇ ਭੇਦਭਾਵ ਅਸਮਾਨਤਾ ਦੇ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਗਰੂਕ ਕੀਤਾ ਸੀ। ਲੋਕਾਂ ਨੂੰ ਦੱਸਿਆ ਸੀ ਕਿ ਉਹਨਾਂ ਨਾਲ ਕਿੱਦਾਂ ਜਿਹੜਾ ਭੇਦਭਾਵ ਕੀਤਾ ਜਾਂਦਾ ਅਤੇ ਇਹਨਾਂ ਨੂੰ ਕਿਵੇਂ ਛੁਟਕਾਰਾ ਜਿਹੜਾ ਉਹ ਦਿਵਾਉਣਾ ਹੈ। ਇਹਦੇ ਨਾਲ ਰਿਲੇਟਡ ਨੈਕਸਟ ਆਉਂਦਾ ਟੌਪਿਕ ਦਾ ਬੇਟਾ ਕ੍ਰਾਂਤੀ ਦਾ ਆਰੰਭ। ਲੂਈ 16ਵਾਂ ਜਿਹੜਾ ਸੀ ਨਾ, ਉਸ ਸਮੇਂ ਵਿੱਤੀ ਸੰਕਟ ਚੱਲਦਾ ਪਿਆ ਸੀ। ਇਹਨੇ
ਵਿੱਤੀ ਸੰਕਟ ਦਾ ਧਨ ਨਾਲ ਰਿਲੇਟਡ ਬੇਟਾ। ਤੇ ਇਹਦੇ ਨਾਲ ਇਹਨੂੰ ਨਜਿੱਠਣ ਦੇ ਲਈ, ਇਹਨੂੰ ਹੱਲ ਕਰਨ ਦੇ ਲਈ ਕੀ ਕੀਤਾ, 5 ਮਈ 1799 ਨੂੰ ਹੋਰ ਕਰ ਵਧਾਉਣ ਦੇ ਲਈ, ਮਤਲਬ ਉਹਦਾ ਇਰਾਦਾ ਸੀ ਕਿ ਵਿੱਤੀ ਸੰਕਟ ਨੂੰ ਖਤਮ ਕਰਨ ਦੇ ਲਈ ਜ਼ਿਆਦਾ ਟੈਕਸ ਲਗਾਏ ਜਾਣਗੇ। ਤੇ ਉਹਨਾਂ ਟੈਕਸਾਂ ਨੂੰ ਲਗਾਉਣ ਦੀ ਪ੍ਰਵਾਨਗੀ ਦੇ ਲਈ ਨਾ ਇਹਨੇ ਇੱਕ ਬੈਠਕ ਬੁਲਾਈ ਪ੍ਰਤੀਨਿਧ ਸਭਾ ਦੀ। ਤੇ ਪ੍ਰਤੀਨਿਧ ਸਭਾ ਦੇ ਵਿੱਚ ਵੋਟਿੰਗ ਹੁੰਦੀ ਸੀ ਉਸ ਸਮੇਂ 3 ਵਰਗਾਂ ਦੇ ਵਿੱਚ। ਤੇ ਇਸ ਤੋਂ ਪਹਿਲਾਂ ਵੀ ਜਿਹੜੀ ਬੈਠਕ ਹੋਈ ਉਹ 1614 ਚ ਹੋਈ ਸੀ। ਹਰ ਵਰਗ ਦੀ ਇੱਕ ਵੋਟ ਹੁੰਦੀ, ਪਰ ਇਸ ਵਾਰ ਕੀ ਹੋਇਆ ਕਿ ਤੀਸਰੇ ਵਰਗ ਦੇ ਲੋਕਾਂ ਨੇ ਆਪਣੀ ਇਹ ਮੰਗ ਉਠਾਤੀ ਕਿ ਹਰੇਕ ਸਭਾ ਦੇ ਸਾਰੇ ਮੈਂਬਰਾਂ ਨੂੰ ਵੋਟ ਪਾਉਣ ਦੀ ਆਗਿਆ ਦਿੱਤੀ ਜਾਵੇ ਤੇ ਜੋ ਵੀ ਡਿਸੀਜ਼ਨ ਹੋਣਾ ਹੈ ਉਹ ਮੈਜੋਰਟੀ ਦੇ ਬੇਸ 'ਤੇ ਹੋਵੇ। ਠੀਕ ਹੈ। ਤੇ ਜਦੋਂ ਇਹਨਾਂ ਨੇ ਇਹ ਮੰਗ ਰੱਖੀ ਉਹਦੇ ਨਾਲ ਕੀ ਹੋਇਆ, ਜਿਹੜੇ 2 ਵਰਗ ਸੀ ਨਾ ਪਹਿਲੇ, ਇਹਨਾਂ ਨੇ ਇਹਦਾ ਵਿਰੋਧ ਕਰ ਦਿੱਤਾ। ਵਿਰੋਧ ਕੀਤਾ ਤੇ ਮੀਟਿੰਗ ਜਿਹੜੀ ਬੈਠਕ ਹੋਣੀ ਉਹ ਤੋਂ ਪਹਿਲਾਂ ਹੀ ਮੀਟਿੰਗ ਜਿਹੜੀ ਉਹ ਕੈਂਸਲ ਹੋ ਗਈ, ਪੋਸਟਪੋਨ ਹੋ ਗਈ। ਲੂਈ 16ਵੇਂ ਨੇ ਤੀਸਰੇ ਵਰਗ ਦੇ ਲੋਕਾਂ ਦੀ ਇਹ ਮੰਗ ਜਿਹੜੀ ਉਹ ਰੱਦ ਕਰ ਦਿੱਤੀ ਤੇ ਲੋਕ ਕੀ ਹੋਇਆ, ਉਥੋਂ ਬੈਠਕ ਦੇ ਵਿੱਚੋਂ ਉੱਠ ਕੇ ਚਲੇ ਗਏ, ਰੋਸ ਵਜੋਂ ਤੋਂ ਸਭਾ ਚੋਂ ਬਾਹਰ ਚਲੇ ਗਏ। ਪ੍ਰਤੀਨਿਧ ਸਭਾ ਦੀ ਬੈਠਕ ਸੰਕਟ ਨੂੰ ਘੱਟ ਕਰਨ ਲਈ ਬੁਲਾਈ ਗਈ, ਪਰ ਜਦ ਕਿ ਬੇਟਾ ਸੰਕਟ ਜਿਹੜਾ ਸੀ ਹੋਰ ਵੱਧ ਗਿਆ। 17 ਜੂਨ 1799 ਨੂੰ ਤੀਸਰੇ ਵਰਗ ਨੇ ਇੱਕ ਆਪਣੇ ਆਪ ਦੇ ਵਿੱਚ ਕਦਮ ਚੁੱਕਦਿਆਂ ਹੋਇਆਂ ਨਾ ਰਾਸ਼ਟਰੀ ਪ੍ਰੀਸ਼ਦ ਦਾ ਐਲਾਨ ਕਰ ਦਿੱਤਾ, ਇੱਕ ਸੰਸਥਾ ਬਣਾ ਲਈ। ਇੱਕ ਮਹੱਤਵਪੂਰਨ ਕਦਮ ਸੀ ਕ੍ਰਾਂਤੀ ਦਾ। ਠੀਕ ਹੈ। ਤੇ ਇਸੇ ਤਰ੍ਹਾਂ ਹੀ ਟੈਨਿਸ ਕੋਰਟ ਸੌਂ ਆ ਕਿ 17 ਜੂਨ 1799 ਨੂੰ ਜਿਹੜਾ ਤੀਸਰੇ ਵਰਗ ਨੇ ਬੇਟਾ ਜਿਹੜੀ ਰਾਸ਼ਟਰ ਸਭਾ ਬਣਾਈ ਸੀ ਨਾ, ਪ੍ਰੀਸ਼ਦ ਬਣਾਈ, ਇਹਦੇ ਜਨਤਾ ਦੇ ਪ੍ਰਤੀਨਿਧ ਹੋਣ ਦਾ ਦਾਅਵਾ ਕੀਤਾ ਇਹਨਾਂ ਨੇ। ਤੇ ਇਹਦੇ ਨਾਲ ਕੀ ਹੋਇਆ, ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਪੱਤਰ, ਹਿਊਮਨ ਰਾਈਟਸ ਜਿਹੜੀ ਉਹ ਜਾਰੀ ਕਰ ਦਿੱਤੇ। ਠੀਕ ਹੈ। ਇੱਦਾਂ ਇਹ ਚੱਲਦੀ ਪਈ ਤੇ ਘੋਸ਼ਣਾ ਪੱਤਰ ਦੇ ਵਿੱਚ ਇਹਨੇ ਕੀ ਕਿਹਾ ਹੈ ਕਿ ਸਾਰੇ ਲੋਕ ਕਾਨੂੰਨ ਦੇ ਸਾਹਮਣੇ ਬਰਾਬਰ ਹੋਣਗੇ, ਜਨਤਕ ਦਫ਼ਤਰਾਂ ਵਿੱਚ ਕੰਮ ਕਰਨ ਲਈ ਸਾਰੇ ਨਾਗਰਿਕਾਂ ਨੂੰ ਬਰਾਬਰ ਅਧਿਕਾਰ ਹੋਊਗਾ, ਬਿਨਾਂ ਕਿਸੇ ਕਾਰਨ ਦੇ ਗ੍ਰਿਫਤਾਰੀ ਤੇ ਸਜ਼ਾ ਤੋਂ ਮਨੁੱਖ ਜਿਹੜੇ ਉਹ ਸੁਤੰਤਰ ਹੋਣਗੇ, ਪ੍ਰੈਸ ਨੂੰ ਬੋਲਣ ਦੀ ਸੁਤੰਤਰਤਾ ਹੋਏਗੀ। ਤੇ ਜਿਹੜਾ ਸਭ ਤੋਂ ਮੇਨ ਚੀਜ਼ ਕਿ ਕਰਾਂ ਦਾ ਭਾਰ, ਜਿਹੜੇ ਟੈਕਸ ਜਿਹੜੇ 3rd ਵਰਗ ਨੂੰ ਜ਼ਿਆਦਾ ਲੱਗਦੇ ਸੀ, ਉਹਨਾਂ ਦੀ ਬਰਾਬਰ ਵੰਡ ਤੇ ਨਿੱਜੀ ਸੰਪਤੀ ਦਾ ਅਧਿਕਾਰ ਦਿੱਤਾ ਗਿਆ ਕਿ ਲੋਕ ਆਪਣੀ ਪਰਸਨਲ ਪ੍ਰੋਪਰਟੀ ਜਿਹੜੀ ਉਹ ਰੱਖ ਸਕਦੇ। 20 ਜੂਨ 1799 ਨੂੰ ਬੇਟਾ ਤੀਸਰੇ ਵਰਗ ਦੇ ਲੋਕਾਂ ਨੇ ਇੰਡੋਰ ਟੈਨਿਸ ਕੋਰਟ ਵਿੱਚ ਆਪਣੀ ਬੈਠਕ ਸ਼ੁਰੂ ਕੀਤੀ। ਠੀਕ ਹੈ। ਉਹਨਾਂ ਨੇ ਇੱਕ ਮਤਾ ਪਾਸ ਕੀਤਾ ਜਿਹਨੂੰ ਟੈਨਿਸ ਕੋਰਟ ਸੌਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤੇ ਮੈਂਬਰਾਂ ਨੇ ਫੈਸਲਾ ਲਿਆ ਕਿ ਉਹ ਕਦੀ ਵੱਖਰੇ ਨਹੀਂ ਹੋਣਗੇ, ਲੋੜ ਪਈ ਤੇ ਦੁਬਾਰੇ ਇਕੱਠੇ ਹੋਣਗੇ। ਇੱਦਾਂ ਬੇਟਾ ਪ੍ਰਤੀਨਿਧਾਂ ਨੇ ਸਹੁੰ ਚੁੱਕੀ, ਦਸਤਖਤ ਕੀਤੇ ਤੇ ਇਹਨਾਂ ਨੇ 5 ਜੁਲਾਈ 1799 ਨੂੰ ਜਿਹੜੀ ਰਾਸ਼ਟਰੀ ਸੰਸਦ ਸੀ ਨਾ ਉਹਦਾ ਨਾਮ ਬਦਲ ਕੇ ਰੱਖਤਾ ਰਾਸ਼ਟਰੀ ਸੰਵਿਧਾਨ ਸਭਾ। ਠੀਕ ਹੈ। ਤੇ ਇਹ ਪਹਿਲੀ ਜਿੱਤ ਸੀ ਉਹਨਾਂ ਦੀ ਆਮ ਲੋਕਾਂ ਦੀ ਰਾਜ ਉੱਪਰ। ਇਹਨੂੰ ਮੰਨਿਆ ਜਾਂਦਾ ਸੰਵਿਧਾਨ ਸਭਾ ਦੀ ਸਥਾਪਨਾ ਕਰਨੀ। ਟੈਨਿਸ ਕੋਰਟ ਸਹੁੰ ਦਾ ਮਕਸਦ ਕੀ ਸੀ ਕਿ ਲੋਕਾਂ ਨੂੰ ਪ੍ਰਭੂ ਸੱਤਾ ਦੇ ਮੁੱਖ ਸੋਮੇ ਦੇ ਤੌਰ 'ਤੇ ਪ੍ਰਗਟ ਕੀਤਾ ਹੈ। ਪ੍ਰਭੂ ਸੱਤਾ ਹੁੰਦਾ ਹੈ ਕਿ ਕਿਸੇ ਦੀ ਦਖਲਅੰਦਾਜ਼ੀ ਨਾ ਹੋਣੀ। ਠੀਕ ਹੈ। ਤੇ ਇਹਦਾ ਮਕਸਦ ਕੀ ਕਿ ਲੋਕਾਂ ਨੂੰ ਪ੍ਰਭੂ ਸੱਤਾ ਦੇ ਮੁੱਖ ਸੋਮੇ ਦੇ ਤੌਰ 'ਤੇ ਪ੍ਰਗਟ ਕਰਦਾ ਹੀ ਹੈ। ਤੀਸਰੇ ਵਰਗ ਦੇ ਪ੍ਰਤੀਨਿਧਾਂ ਵੱਲੋਂ ਚੁੱਕਿਆ ਗਿਆ ਇੱਕ ਕ੍ਰਾਂਤੀਕਾਰੀ ਕਦਮ ਸੀ। ਇਹਦੇ ਨਾਲ ਬੇਟਾ ਪ੍ਰਤੀਨਿਧਾਂ 'ਚ ਏਕਤਾ ਜਿਹੜੀ ਹੋਰ ਮਜ਼ਬੂਤ ਹੋ ਗਈ, ਯੂਨੀਅਨ ਜਿਹੜੀ ਵੱਧ ਗਈ ਤੇ ਸੰਵਿਧਾਨ ਬਣਾਉਣ ਦੀ ਇਹਨਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਹੀ ਬੇਟਾ ਜਦੋਂ ਲੂਈ 16ਵਾਂ ਜਿਹੜਾ ਸੀ ਇਹਨਾਂ ਤਬਦੀਲੀਆਂ ਨਾਲ ਸਮਝੌਤਾ ਨਹੀਂ ਕਰ ਸਕਿਆ, ਉਹ ਆਪਣਾ ਰੁਤਬਾ ਮੁੜ ਹਾਸਲ ਕਰਨਾ ਚਾਹੁੰਦਾ ਸੀ ਤੇ ਇਹਨੇ ਸੰਵਿਧਾਨ ਸਭਾ ਜਿਹੜੀ ਬਣਾਈ ਸੀ ਨਾ ਤੀਜੇ ਵਰਗ ਨੇ, ਉਹਨੂੰ ਖ਼ਤਮ ਕਰਨ ਦੇ ਲਈ ਇੱਕ ਯੋਜਨਾ ਬਣਾਈ। ਕੀ ਕੀਤਾ ਉਹਨੇ, ਫੌਜ ਬੁਲਾ ਕੇ ਤੇ ਇਹ ਅਫਵਾਹ ਫੈਲਾਤੀ ਕਿ ਸੰਵਿਧਾਨਿਕ ਸਭਾ ਦੀ ਅਗਵਾਈ ਕਰਨ ਵਾਲੇ ਜਿਹੜੀ ਆਗੂ ਆ, ਲੀਡਰ ਆ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 14 ਜੁਲਾਈ ਦੇ ਵਿੱਚ ਕੀ ਹੋਇਆ, 14 ਜੁਲਾਈ ਨੂੰ ਕਿ ਭੀੜ ਜਿਹੜੀ ਲੋਕ ਗੁੱਸੇ 'ਚ ਆ ਗਏ, ਇਕੱਠੇ ਹੋ ਗਏ, ਸਖਤ ਸੁਰੱਖਿਆ ਵਾਲੇ ਕਿਲੇ ਦੀ ਜੇਲ੍ਹ 'ਤੇ ਹਮਲਾ ਕਰਤਾ, ਜਿਹਨੂੰ ਕਹਿੰਦੇ ਬੈਸਟੀਲ ਦਾ ਘੇਰਾ ਪਾਉਣਾ। ਉਸ ਸਮੇਂ ਕ੍ਰਾਂਤੀ ਬਹੁਤ ਅੱਗੇ ਵੱਧ ਚੁੱਕੀ ਸੀ, ਖਲੋ ਬਗਾਵਤ ਬਹੁਤ ਸਿਖਰ 'ਤੇ ਸੀ। ਹਥਿਆਰ ਗੋਲਾ ਬਰੂਦ ਲੁੱਟਿਆ ਗਿਆ, 14 ਕੈਦੀਆਂ ਨੂੰ ਛੁਡਾਇਆ ਗਿਆ। ਠੀਕ ਹੈ। ਸੁਰੱਖਿਆ ਕਰਮੀਆਂ ਹੋਰ ਕਰਮਚਾਰੀਆਂ ਨੂੰ ਉਹਨਾਂ ਨੇ ਬੰਦੀ ਬਣਾ ਲਿਆ ਤੇ ਫਿਰ ਕਤਲ ਕਰ ਦਿੱਤਾ ਗਿਆ। ਤੇ ਜਿਹੜਾ ਬੈਸਟੀਲ ਰਾਸ਼ਟਰੀ ਸੰਵਿਧਾਨ ਸਭਾ ਨੂੰ ਸੌਂਪ ਕੇ
ਵਿਧਾਨ ਸਭਾ ਦਾ ਜਿਹੜੀ ਬੈਸਟਿਲ ਦਾ ਕਿਲਾ ਸੀ ਉਹ ਵਿਧਾਨ ਸਭਾ ਨੂੰ ਸੌਂਪ ਦਿੱਤਾ ਗਿਆ ਕਿ ਉਹਨਾਂ ਕੋਲ ਚਲੇ ਗਿਆ ਸੀ। 14 ਜੁਲਾਈ ਨੂੰ ਅਜੇ ਵੀ ਫਰਾਂਸ ਵਿੱਚ ਬੜਾ ਬੈਸਟਿਲ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ 14 ਜੁਲਾਈ ਨੂੰ। ਅਤੇ ਇਹ ਇੱਕ ਪੁਰਾਤਨ ਕਿਲਾ ਹੈ ਜਿੱਥੇ ਕਿ ਰਾਜਸੀ ਕੈਦੀ ਰੱਖੇ ਜਾਂਦੇ। ਲੋਕਾਂ ਦੀ ਨਜ਼ਰਾਂ ਵਿੱਚ ਪੁਰਾਣੇ ਰਾਜ ਦਾ ਇਹਨੂੰ ਪ੍ਰਤੀਕ ਮੰਨਿਆ ਜਾਂਦਾ ਬੈਸਟਿਲ। ਫਿਰ ਕੀ ਹੋਇਆ ਕਿ 4 ਅਗਸਤ 1799 ਨੂੰ ਨਾ ਸੰਵਿਧਾਨ ਸਭਾ ਨੇ ਜਿਹੜੇ ਟੈਕਸ ਲਗਾਏ ਜਾਂਦੇ ਉਹ ਹਟਾ ਦਿੱਤੇ ਅਤੇ ਜਿਹੜੇ ਪਾਦਰੀ ਸੀ ਜਿਹੜੇ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ, ਜਿਵੇਂ ਉਹਨਾਂ ਨੂੰ ਕਿ ਟੈਕਸ ਇਕੱਠੇ ਕਰਦੇ ਸੀ ਜਾਂ ਪ੍ਰੋਪਰਟੀ ਸੀ ਉਹ ਸਾਰੀ। ਗਿਰਜਾ ਘਰ ਦੀ ਮਲਕੀਅਤ ਹੇਠ ਆਉਣ ਵਾਲੀ ਜਿਹੜੀ ਭੂਮੀ ਸੀ ਉਹ ਵੀ ਖੋਹ ਲਈ। ਇੱਥੇ ਜਿਹੜਾ ਚਰਚ ਨੂੰ ਕਰ ਦਿੱਤਾ ਜਾਂਦਾ ਸੀ ਉਹ ਵੀ ਬੰਦ ਕਰ ਦਿੱਤਾ। ਇਹਦੇ ਨਾਲ ਕੀ ਹੋਇਆ, ਹੌਲੀ ਹੌਲੀ ਸਾਮੰਤਵਾਦ ਜਿਹੜਾ ਸੀ, ਜਗੀਰਦਾਰੀ ਯੁੱਗ ਜਿਹੜਾ ਉਹ ਖਤਮ ਹੋ ਗਿਆ। ਅਤੇ ਵਿਦਰੋਹੀ ਲੋਕਾਂ ਦੀ ਸ਼ਕਤੀ ਦੇ ਸਾਹਮਣੇ ਝੁਕਦੇ ਹੋਏ ਲੂਈ 16ਵੇਂ ਨੇ ਕੀ ਕੀਤਾ, ਰਾਸ਼ਟਰੀ ਸਭਾ ਨੂੰ ਮਾਨਤਾ ਦੇ ਦਿੱਤੀ ਅਤੇ ਇਹ ਵੀ ਮੰਨ ਲਿਆ ਕਿ ਹੁਣ ਤੋਂ ਉਸ ਦੀਆਂ ਸ਼ਕਤੀਆਂ ਸੰਵਿਧਾਨ ਦੁਆਰਾ ਨਿਯੰਤਰਿਤ ਹੋਣਗੀਆਂ, ਕੰਟਰੋਲ ਦੇ ਵਿੱਚ ਹੋਣਗੀਆਂ। ਠੀਕ ਹੈ, ਇੰਨਾ ਚੈਪਟਰ ਹੀ ਕਰਾਂਗੇ। ਇਹ ਹੀ ਕ੍ਰਾਂਤੀ ਦਾ ਆਰੰਭ। ਨੈਕਸਟ ਜਿਹੜੇ ਆ ਉਹ ਨੈਕਸਟ ਕਰਾਂਗੇ ਚੈਪਟਰ ਜਿਹੜਾ ਰਹਿੰਦਾ। ਇਹਨੇ ਚੈਪਟਰ ਨੂੰ ਬੇਟਾ ਰੀਡਿੰਗ ਜ਼ਰੂਰ ਮਾਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।